ਦੋਸ਼ੀ ਕੌਣ ਨੇ, ਕਿਹਨਾਂ ਨੇ ਕਰਵਾਈ, ਮਾਸਟਰਮਾइंड ਕੌਣ ਸੀਗਾ। ਅੱਜ ਇਸ ਹਾਲਾਤ ਤੇ ਪਹੁੰਚ ਗਿਆ ਕਿਉਂਕਿ ਨਿਆਂ ਆ ਜਿਹੜਾ ਲੈਣਾ ਇੱਕ ਨਾਗਰਿਕ ਦਾ ਜਿਹੜਾ ਆ ਉਹ ਜਿਹੜਾ ਅਧਿਕਾਰ ਹੈ। ਉਹਦੇ ਮਸਲੇ ਰਹਿੰਦੇ ਨੇ ਪਰ ਉਸ ਤੋਂ ਪਹਿਲਾਂ ਹੀ ਕ੍ਰੈਡਿਟ ਵਾਰ ਚੱਲ ਪਈ। ਸਾਡੇ ਸਿਸਟਮ ਦੇ ਵਿੱਚ ਅਨਿਆਂ ਐਵੇਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹਦੇ ਵਿੱਚ ਹਮੇਸ਼ਾ ਹੁੰਦਾ ਰਿਹਾ। 7 ਸਾਲਾਂ ਬਾਅਦ ਬਹੁਤ ਲਮਕਾਉਣ ਤੋਂ ਬਾਅਦ ਆਇਆ। ਨਵੀਂ ਸਰਕਾਰ ਦੇ ਸਮੇਂ 3 ਮਹੀਨਿਆਂ ਦੇ ਵਿੱਚ ਨਾ ਤਾਂ ਕੋਈ ਪੇਸ਼ੀ ਹੋਈ, ਨਾ ਕੋਈ ਨਵੀਂ ਗਵਾਹੀ ਹੋਈ, ਨਾ ਕੋਈ ਅਦਾਲਤ ਨੇ ਸੁਣਵਾਈ ਕੀਤੀ। ਵੈਸੇ ਤਾਂ ਸਰਕਾਰ ਨੂੰ ਕਹਿਣਾ ਚਾਹੀਦਾ ਨਿਆਂਪਾਲਿਕਾ ਆਜ਼ਾਦ ਹੈ, ਉਹ ਆਪਣਾ ਕੰਮ ਕਰੇਗੀ। ਜੋ ਕੰਮ ਕੀਤਾ ਹੈਗਾ, ਜੋ ਫੈਸਲਾ ਆਇਆ ਹੈਗਾ, ਕੱਲ ਨੂੰ ਫਿਰ ਆਪਣੀਆਂ ਤੁਸੀਂ ਪੋਜੀਸ਼ਨਾਂ ਬਦਲਦੇ ਹੋ। ਜਦੋਂ ਤੁਹਾਨੂੰ ਪ੍ਰੇਮੀਆਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ ਫਿਰ ਤੁਸੀਂ ਉਸ ਰੰਗ ਦੇ ਜਿਹੜੇ ਬਿਆਨ ਦੇ ਦਿੰਦੇ ਹੋ। ਅੱਜ ਤੁਹਾਨੂੰ ਪੰਜਾਬ ਦੇ ਵਿੱਚ ਵਾਹ ਖੱਟਣੀ ਆ, ਅੱਜ ਤੁਸੀਂ ਹੋਰ ਕਿਸਮ ਦੇ ਜਿਹੜੇ ਆ ਉਹ ਬਿਆਨ ਦੇ ਰਹੇ ਹੋ। ਪੋਲੀਟੀਕਲ ਸਾਰੀਆਂ ਪਾਰਟੀਆਂ ਦੇ ਲੋਕ, ਕਾਂਗਰਸ ਦੇ ਆਗੂਆਂ ਦੇ ਵੀ ਬਿਆਨ ਆ ਰਹੇ ਨੇ, ਕਹਿੰਦੇ ਕਿ ਚਲਾਨ ਅਸੀਂ ਪੇਸ਼ ਕੀਤਾ ਸੀ, ਉੱਤੇ ਸੁਣਵਾਈ ਵੀ ਸਾਡੇ ਸਮੇਂ ਦੇ ਦੌਰਾਨ ਹੋਈ ਹੈ, ਨਤੀਜਾ ਉਹਦਾ ਹੀ ਹੈ। ਬਰਗਾੜੀ ਜਾ ਕੇ ਵਾਅਦੇ ਵੀ ਤੁਸੀਂ ਕੀਤੇ ਸੀ ਕਿ ਅਸੀਂ ਇਨਸਾਫ ਦੇਵਾਂਗੇ, ਉਹ ਵਾਅਦੇ ਤੋਂ ਮੁੱਕਰੇ ਵੀ ਤੁਸੀਂ ਹੋ। ਜਿਹੜੇ ਤੁਸੀਂ ਕੈਬਨਿਟ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਧਿਆਨ ਸਿੰਘ ਮੰਡ ਤੋਂ ਮੋਰਚਾ ਚੁਕਵਾਇਆ ਸੀਗਾ, ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ? ਉਹ ਅਕਾਲੀ ਦਲ ਕਹਿੰਦਾ ਕਿ ਕਮੇਟੀ ਅਸੀਂ ਬਣਾਈ ਸੀ ਜਿਹਨੇ ਜਾਂਚ ਕੀਤੀ ਹੈ, ਪਰੰਤੂ ਪੰਜਾਬ ਦੇ ਲੋਕਾਂ ਨੇ, ਸਿੱਖ ਭਾਈਚਾਰੇ ਨੇ ਜਿਹੜੀ ਬਣਦੀ ਸਜ਼ਾ ਸੀ ਇਹਨਾਂ ਦੀ ਉਹ ਦੇ ਦਿੱਤੀ। ਇਹਨਾਂ ਨੇ ਵੱਡੇ ਜਿਹੜੇ ਭਾਵਨਾਤਮਕ ਇਸ਼ੂ ਸੀ ਉਹਨਾਂ ਦੇ ਉੱਤੇ ਯਤਨ ਕੀਤਾ ਕਿ ਸਾਡੇ ਪੈਰ ਲੱਗ ਜਾਣ। ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੀ ਇਲੈਕਸ਼ਨ ਵਿੱਚ ਬੰਦੀ ਸਿੰਘਾਂ ਦਾ ਪੱਤਾ ਖੇਡ ਕੇ ਤੇ ਉਹਦੀ ਸਜ਼ਾ ਅਕਾਲੀ ਦਲ ਭੁਗਤ ਰਿਹਾ ਹੈ। ਗੋਲੀਆਂ ਚੱਲੀਆਂ, ਗੋਲੀਆਂ ਟੈਂਪਰ ਤੱਕ ਕੀਤੀਆਂ ਗਈਆਂ। ਸਰਕਾਰੀ ਬੰਦਿਆਂ ਨੇ, ਜਿਨ੍ਹਾਂ ਨੇ, ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ, ਉਹਨਾਂ ਨੂੰ ਅਣਪਛਾਤੇ ਗਰਦਾਨ ਦਿੱਤਾ। ਉਸ ਵੇਲੇ ਫਾਇਦਾ ਉੱਤੇ ਕਿਹਦਾ ਹੋਇਆ? ਫਾਇਦਾ ਤੇ ਜਿਹੜਾ ਅਕਾਲੀ ਦਲ ਸਿਆਸੀ ਪਾਰਟੀ ਸੀ, ਭਰੋਸੇਯੋਗਤਾ ਘਟ ਚੁੱਕੀ ਸੀ, ਉਹਦੀ ਪੂਰਤੀ ਵਾਸਤੇ ਇੱਕ ਧੜੇ ਤੋਂ ਪੋਲੀਟੀਕਲ ਜਿਹੜਾ ਹੈ ਉਹ ਵੋਟ ਬੈਂਕ ਦਾ ਫਾਇਦਾ ਉਠਾਉਣਾ ਚਾਹੁੰਦੀ ਸੀ। ਟੀਵੀ ਪੰਜਾਬ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪੰਜਾਬ ਦੇ ਵਿੱਚ ਬੇਅਦਬੀ ਘਟਨਾਵਾਂ ਦਾ ਜ਼ਿਕਰ ਅਸੀਂ ਬਾਰ-ਬਾਰ ਇਸ ਕਰਕੇ ਕਰ ਰਹੇ ਹਾਂ ਕਿਉਂਕਿ 2015 ਤੋਂ ਜਦੋਂ ਦੀਆਂ ਇਹ ਘਟਨਾਵਾਂ ਹੋਈਆਂ, ਲਗਾਤਾਰ ਸਿੱਖ ਮਸਲੇ ਜਿਹੜੇ ਨੇ ਉਹ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ ਤੇ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿਸੇ ਨਾ ਕਿਸੇ ਤਰੀਕੇ ਕੋਈ ਨਾ ਕੋਈ ਸਿੱਟਾ ਨਿਕਲੇ। ਹਾਲਾਂਕਿ ਮੋਗਾ ਦੇ ਵਿੱਚੋਂ ਇੱਕ ਖਬਰ ਜਿਹੜੀ ਸਾਹਮਣੇ ਆਈ ਹੈ ਜਿੱਥੇ 3 ਡੇਰਾ ਪ੍ਰੇਮੀਆਂ ਨੂੰ ਸਿੱਧੇ ਤੌਰ ਤੇ 3-3 ਸਾਲ ਦੀ ਸਜ਼ਾ ਦਿੱਤੀ ਗਈ ਹੈ। 2 ਜਣੇ ਬਰੀ ਕਰ ਦਿੱਤੇ ਗਏ ਨੇ। ਇੱਕ ਪਾਸੇ ਨੂੰ ਆਪਾਂ ਕਹਿ ਸਕਦੇ ਥੋੜੀ ਜੀ ਕਾਰਵਾਈ ਹੋਈ ਹੈ ਤੇ ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਆਸ ਬੱਝੀ ਹੈ ਕਿ ਹੁਣ ਬਾਕੀ ਮਸਲਿਆਂ ਦੇ ਵਿੱਚ ਵੀ ਕੋਈ ਨਾ ਕੋਈ ਜਲਦੀ ਨਤੀਜਾ ਸਾਰਥਕ ਨਿਕਲੇਗਾ। ਪਰ ਇੱਥੇ ਇੱਕ ਬੜੀ ਚਿੰਤਾ ਦੀ ਗੱਲ ਹੈ ਕਿ ਬੇਅਦਬੀ ਮਸਲੇ ਲਗਾਤਾਰ ਸਿਆਸਤ ਦੀ ਭੇਂਟ ਚੜ੍ਹਦੇ ਰਹੇ ਨੇ, ਤਾਂ ਹੁਣ ਇੱਕ ਵਾਰ ਫਿਰ ਇਸ ਮਸਲੇ ਨੂੰ ਲੈ ਕੇ ਰੱਜ ਕੇ ਸਿਆਸਤ ਹੋ ਰਹੀ ਹੈ। ਮੌਜੂਦਾ ਸੱਤਾ ਧਿਰ ਕਹਿੰਦੀ ਹੈ ਕਿ ਅਸੀਂ ਕਾਰਵਾਈ ਆਰੰਭ ਦਿੱਤੀ ਹੈਗੀ ਆ। ਜਿਹੜੀਆਂ ਸਾਬਕਾ ਸਰਕਾਰਾਂ ਰਹੀਆਂ ਨੇ ਉਹ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੀਆਂ ਨੇ ਕਿ ਕ੍ਰੈਡਿਟ ਲੈ ਲਿਆ ਜਾਵੇ ਵੀ ਅਸੀਂ ਇਨਸਾਫ ਦਿਵਾਇਆ। ਸਾਡੇ ਨਾਲ ਖੁਸ਼ਹਾਲ ਸਿੰਘ ਜੀ ਨੇ, ਸਿੱਖ ਮਸਲਿਆਂ ਨੂੰ ਬੜੇ ਨਜ਼ਦੀਕੀ ਨਾਲ ਦੇਖਦੇ ਨੇ। ਅੱਜ ਗੱਲਬਾਤ ਕਰਕੇ ਸਮਝਣਾ ਜਿਹੜੀਆਂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇਹਨੂੰ ਕਿਸ ਨਜ਼ਰੀਏ ਨਾਲ ਦੇਖਦੇ ਤੇ ਨਾਲ ਦੀ ਨਾਲ ਇਨਸਾਫ ਜਿਹੜਾ ਹਲੇ, ਕਿਉਂਕਿ ਹਲੇ ਪੂਰਨ ਇਨਸਾਫ ਨਹੀਂ ਮਿਲਿਆ, ਇੱਕ ਕੇਸ ਦੀ ਗੱਲ ਹੋ ਰਹੀ ਹੈ, ਬਾਕੀ ਮਾਮਲਿਆਂ ਦੇ ਵਿੱਚ ਕਦੋਂ ਇਨਸਾਫ ਮਿਲੂਗਾ ਉਸ ਦਾ ਜ਼ਿਕਰ ਕੌਣ ਕਰੇਗਾ, ਇਨਸਾਫ ਕਦੋਂ ਮਿਲੇਗਾ ਉਸ ਦਾ ਜ਼ਿਕਰ ਕਰਨਾ। ਖੁਸ਼ਹਾਲ ਜੀ, ਦੌੜ ਲੱਗੀ ਹੋਈ ਹੈ ਕ੍ਰੈਡਿਟ ਲੈਣ ਦੀ ਮੋਗਾ ਵਾਲੇ ਕੇਸ ਦੇ ਵਿੱਚ। ਹਾਲਾਂਕਿ ਇਹ ਗੱਲ ਸਾਹਮਣੇ ਆ ਗਈ ਕਿ 3 ਦੋਸ਼ੀ ਜਿਹੜੇ ਸੀਗੇ ਉਹਨਾਂ ਨੂੰ 3-3 ਸਾਲ ਦੀ ਸਜ਼ਾ ਹੋ ਗਈ, ਨਾਲ ਦੀ ਨਾਲ 2 ਜਣੇ ਬਰੀ ਵੀ ਕਰ ਦਿੱਤੇ ਗਏ। ਤੇ ਇਹ ਬੜੀ ਇੱਕ ਤਾਂ ਚੰਗੀ ਕਵਾਇਦ ਵੀ ਹੈਗੀ, ਚਲੋ ਘੱਟੋ ਘੱਟ ਸਜ਼ਾ ਮਿਲਣੀ ਸ਼ੁਰੂ ਹੋਈ। ਪਰ ਦੂਜੇ ਪਾਸੇ ਹਲੇ ਮਸਲੇ ਜਿਹੜੇ ਅਹਿਮ ਮਸਲੇ ਜਿਨ੍ਹਾਂ ਦੀ ਅਸੀਂ ਲਗਾਤਾਰ ਚਰਚਾ ਕਰ ਰਹੇ ਹਾਂ, ਇਨਸਾਫ ਮਿਲਣਾ ਚਾਹੀਦਾ, ਦੋਸ਼ੀ ਕੌਣ ਨੇ, ਕਿਹਨਾਂ ਨੇ ਕਰਵਾਈ, ਮਾਸਟਰਮਾइंड ਕੌਣ ਸੀਗਾ, ਉਹ ਹਲੇ ਮਸਲੇ ਰਹਿੰਦੇ ਨੇ। ਪਰ ਉਸ ਤੋਂ ਪਹਿਲਾਂ ਹੀ ਕ੍ਰੈਡਿਟ ਵਾਰ ਚੱਲ ਪਈ। ਕਿੱਦਾਂ ਦੇਖਦੇ ਨੇ? ਦੇਖੋ ਜੀ ਭੋਗਲ ਸਾਹਿਬ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਮਾਮਲਾ ਹੈ, ਇਹਦੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਜਗਤ ਦੇ ਵਿੱਚ ਇੱਕ ਬਹੁਤ ਵੱਡਾ ਇਹਦੀ ਅਹਿਮੀਅਤ ਹੈ। ਤੇ ਅਸੀਂ ਦੇਖਿਆ 2015 ਤੋਂ ਲੈ ਕੇ ਹੁਣ ਤੱਕ ਕਿੰਨੀਆਂ ਸਰਕਾਰਾਂ ਵੀ ਇਸ ਦੀ ਭੇਟ ਚੜੀਆਂ ਨੇ ਤੇ ਬਹੁਤ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਪ੍ਰਭਾਵਿਤ ਕੀਤਾ ਹੈ ਇਹਨੇ। ਕਿਉਂਕਿ ਕੁਝ ਸਰਕਾਰਾਂ ਨੂੰ ਆਪਣੀ ਗੱਦੀ ਤੋਂ ਲੈਣਾ ਪਿਆ, ਕੁਝ ਹੋਰ ਆਈਆਂ ਵਾਅਦੇ ਕਰਕੇ, ਕੁਝ ਹੋਰ ਨੇ ਵਾਅਦੇ ਕੀਤੇ ਤੇ ਅੱਜ ਇਸ ਹਾਲਾਤ ਤੇ ਪਹੁੰਚ ਗਿਆ ਕਿਉਂਕਿ ਨਿਆਂ ਆ ਜਿਹੜਾ ਲੈਣਾ ਇੱਕ ਨਾਗਰਿਕ ਦਾ ਜਿਹੜਾ ਆ ਉਹ ਜਿਹੜਾ ਅਧਿਕਾਰ ਹੈ। ਪਰ ਸਾਡੇ ਸਿਸਟਮ ਦੇ ਵਿੱਚ ਅਨਿਆਂ ਐਵੇਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹਦੇ ਵਿੱਚ ਹਮੇਸ਼ਾ ਹੁੰਦਾ ਰਿਹਾ। ਨਿਆਂ ਨੂੰ ਟਾਲਣ ਦੀ ਜਿਹੜੇ ਲਗਾਤਾਰ ਜਿਹੜਾ ਸਾਰਾ ਤੰਤਰ ਹੈ, ਤਾਮਝਾਮ ਹੈ ਸਰਕਾਰਾਂ ਦਾ, ਉਸ ਪਾਸੇ ਲੱਗਦਾ ਆ। ਸੋ ਅਸੀਂ ਪਹਿਲੇ ਰੂਪ ਦੇ ਵਿੱਚ, ਮੁੱਢਲੇ ਰੂਪ ਵਿੱਚ ਸਵਾਗਤ ਕਰਦੇ ਹਾਂ ਫੈਸਲਾ 7 ਸਾਲਾਂ ਬਾਅਦ
ਬਹੁਤ ਲਮਕਾਉਣ ਤੋਂ ਬਾਅਦ ਆਇਆ, ਫਿਰ ਵੀ ਚਲੋ ਉਹਦੇ ਵਿੱਚ 3 ਬੰਦਿਆਂ ਨੂੰ ਦੋਸ਼ੀ ਗਰਦਾਨਿਆ ਗਿਆ ਆ। ਸਜ਼ਾ ਉਹਨੂੰ ਘੱਟ ਹੋਈ ਵੱਧ ਹੋਈ ਇਹਦੇ ਤੇ ਇਸ਼ੂ ਹੁੰਦਾ ਰਹੇਗਾ। ਅੱਗੇ ਹੋ ਸਕਦਾ ਅਪੀਲਾਂ ਵੀ ਹੁਣ ਕੁਝ ਵਿਰੋਧੀ ਜਿਹੜੇ ਪੀੜਤ ਧਿਰ ਉਹ ਵੀ ਕਰਨਗੇ, ਦੂਸਰੀਆਂ ਧਿਰਾਂ ਵੱਲੋਂ ਵੀ ਜਿਹੜੀ ਆ ਉਹ ਅਗਲੀ ਅਦਾਲਤਾਂ ਵਿੱਚ ਵੀ ਜਾਇਆ ਜਾ ਸਕਦਾ, ਉਹ ਵੱਖਰਾ ਮਸਲਾ ਆ। ਪਰ ਇਹਦੇ ਨਾਲ ਕੁਛ ਜ਼ਰੂਰ ਇੱਕ ਮੈਸੇਜ ਜਿਹੜਾ ਆ ਉਹ ਜਾਂਦਾ ਆ ਕਿ ਜਿਹੜੇ ਆ ਪਹਿਲਾਂ ਸੀਗਾ ਕਿ ਐਵੇਂ ਦੇ ਮਸਲਿਆਂ ਦੇ ਵਿੱਚ ਹਮੇਸ਼ਾ ਜਿਹੜੇ ਆ ਉਹ ਅਸੀਂ ਭਾਵੇਂ 78 ਤੋਂ ਲੱਗ ਜਾਈਏ, ਤੇ ਹੁਣ ਤੱਕ ਦੀਆਂ ਘਟਨਾਵਾਂ ਦੇਖਦੇ ਆ ਤੇ ਦੋਸ਼ੀ ਆਮ ਕਰਕੇ ਇਹਨਾਂ ਕੇਸਾਂ ਦੇ ਵਿੱਚੋਂ ਬਚਣ ਵਿੱਚ ਕਾਮਯਾਬ ਹੋ ਜਾਂਦੇ ਸੀ। ਇਹ ਹੋਇਆ। ਦੂਜੀ ਗੱਲ ਜਿਹੜੀ ਵੱਡੀ ਸਭ ਤੋਂ ਮਾੜੀ ਗੱਲ ਹੈਗੀ ਆ ਕਿ ਇਹ ਜਿਹੜਾ ਹੈ ਇੱਕ ਕਾਫੀ ਲੰਮੇ ਸਮੇਂ ਤੋਂ ਕੇਸ ਚੱਲ ਰਿਹਾ ਸੀਗਾ, ਤੇ ਕਿਸੇ ਜਿਹੜੇ ਹੁਣ ਨਵੀਂ ਸਰਕਾਰ ਆਈ ਹੈ ਇਹਦੇ ਸਮੇਂ ਵਿੱਚ ਕੋਈ ਵੀ ਕਾਰਵਾਈ ਨਹੀਂ ਹੋਈ, ਨਾ ਕੋਈ ਸਿੱਟ ਬਣੀ, ਨਾ ਕੋਈ ਵਕੀਲ ਨੇ ਬਹਿਸ ਕੀਤੀ। 3 ਮਹੀਨਿਆਂ ਦੇ ਵਿੱਚ ਕੋਈ ਵੀ ਜਿਹੜਾ ਆ ਸਰਗਰਮੀ ਨਹੀਂ ਸੀ ਇਸ ਕੇਸ ਨਾਲ ਸੰਬੰਧੀ। ਤੇ ਸਰਕਾਰ ਵੱਲੋਂ ਇਹ ਜਿਸ ਤਰ੍ਹਾਂ ਬਾਕੀ ਮਸਲਿਆਂ ਦੇ ਵਿੱਚ ਵੀ ਜਿਹੜਾ ਆ ਪ੍ਰਚਾਰ ਤੇ ਪ੍ਰਸਾਰ ਵੱਧ ਕੀਤਾ ਜਾਂਦਾ ਆ, ਇਹ ਇੱਕ ਨਿਆਂਪਾਲਿਕਾ ਨੇ ਇਹ ਇਨਸਾਫ ਦਿੱਤਾ ਆ 7 ਸਾਲਾਂ ਦੇ ਵਿੱਚ। ਇਹਦੇ ਵਿੱਚ ਪੰਜਾਬ ਦੀ ਜਿਹੜੀ ਸਿਆਸੀ ਪਾਰਟੀ ਹੈ ਜਾਂ ਪੰਜਾਬ ਦੀ ਸਰਕਾਰ ਹੈ ਉਹਦਾ ਕੋਈ ਰੋਲ ਨਹੀਂ। ਜਾਂ ਤੇ ਮਤਲਬ ਵੀ ਅਸੀਂ ਹਾਂ ਜਿਹੜੇ ਅਦਾਲਤਾਂ ਨੇ ਸਾਡੇ ਮੁਤਾਬਕ ਚੱਲਦੀਆਂ ਨੇ ਤੇ ਅਸੀਂ ਉਹਨਾਂ ਨੂੰ ਜੱਜ ਸਾਹਿਬ ਨੂੰ ਕਹਿ ਕੇ ਪ੍ਰੈਸ਼ਰ ਪਾ ਕੇ ਕੋਈ ਉਹਨਾਂ ਤੇ ਜਿਹੜਾ ਇਹ ਕੇਸ ਜਿਹੜਾ ਹੈ ਫੈਸਲਾ ਕਰਾ ਲਿਆ, ਇਹ ਤੇ ਗੱਲ ਹੈ ਨਹੀਂ ਕੋਈ। ਇਹ ਸਿਰਫ ਕ੍ਰੈਡਿਟ ਜਿਹੜਾ ਵੀ ਇੱਕ ਦੌੜ ਲੱਗੀ ਹੋਈ ਹੈ ਸਾਰੀਆਂ ਪਾਰਟੀਆਂ ਦੇ ਵਿੱਚ। ਕੋਈ ਪਾਰਟੀ ਕਹਿੰਦੀ ਆ ਕਿ ਅਸੀਂ ਜਿਹੜਾ ਸਿੱਟ ਬਣਾਈ ਸੀ ਤਾਂ ਇਹ ਹੋਇਆ। ਇਹ ਮਸਲਾ ਜਿਹੜਾ ਆ ਇਹ ਜਿਹੜੇ ਇਹਦੀ ਗੰਭੀਰਤਾ ਜਾਂ ਇਹਦੀ ਸੰਜੀਦਗੀ ਹੈ ਜਿੰਨੀ ਮੰਗ ਕਰਦਾ ਆ, ਓਨੇ ਹੀ ਜਿਹੜੇ ਸਿਆਸੀ ਲੋਕ ਨੇ ਉਹ ਗੈਰ ਸੰਜੀਦਾ ਨੇ, ਗੈਰ ਜ਼ਿੰਮੇਵਾਰ ਬਿਆਨ ਦਿੰਦੇ ਆ। ਇਹਦਾ ਸਮਾਜ ਦੇ ਭਾਈਚਾਰੇ ਦੇ ਵਿੱਚ ਬਹੁਤ ਸਾਰੇ ਇਹਦੇ ਇਫੈਕਟ ਹੋਣੇ ਆ। ਸੋ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਜਿਹੜੇ ਸਾਡੇ ਪੰਜਾਬ ਦੇ ਪੋਲੀਟੀਕਲ ਬੰਦੇ ਆ ਉਹਨਾਂ ਨੂੰ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਜਿਸ ਤਰੀਕੇ ਨਾਲ ਉਹਨਾਂ ਦੀ ਬਿਆਨਬਾਜ਼ੀ ਆ ਰਹੀ ਹੈ, ਇਹ ਲੱਗਦਾ ਕਿ ਇਹ ਮਸਲੇ ਨੂੰ ਹੋਰ ਗੁੰਝਲਦਾਰ ਬਣਾ ਸਕਦੇ ਆ ਤੇ ਆਉਣ ਵਾਲੇ ਜਿਹੜੇ ਕੇਸ ਨੇ ਉਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਆ। ਇਹਨਾਂ ਦੇ ਉੱਤੇ ਜਿਹੜੀ ਕੋਈ ਸਖਤ ਇਹਨਾਂ ਦੇ ਉੱਤੇ ਕੋਈ ਕਿਸਮ ਦਾ ਜਿਹੜਾ ਆ ਅਨੁਸ਼ਾਸਨ ਲਾਗੂ ਹੋਣਾ ਚਾਹੀਦਾ ਜਾਂ ਇਹਨਾਂ ਦੀ ਲਗਾਮ ਕੱਸਣੀ ਚਾਹੀਦੀ ਹੈ। ਬੜੀ ਹੈਰਾਨੀ ਹੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕਰ ਰਹੇ ਸੀ, ਜਦੋਂ ਅਸੀਂ ਟੈਕਨੀਕਲ ਤੌਰ ਤੇ ਸਮਝਣੀਆਂ ਹੋਣ ਚੀਜ਼ਾਂ, ਕਿਉਂਕਿ ਅਦਾਲਤਾਂ ਦੇ ਵਿੱਚ ਮਾਮਲਾ ਗਿਆ 7 ਸਾਲ ਦਾ ਲੰਮਾ ਵਕਫਾ ਵਿੱਚ ਰਿਹਾ ਹੈ। ਸੁਣਵਾਈਆਂ ਵੀ ਪਹਿਲਾਂ ਹੋ ਗਈਆਂ ਸੀ, ਪੇਸ਼ੀਆਂ ਵੀ ਪਹਿਲਾਂ ਹੋ ਗਈਆਂ ਸੀ, ਗਵਾਹੀਆਂ ਵੀ ਪਹਿਲਾਂ ਹੋ ਗਈਆਂ ਸੀਗੀਆਂ, ਤੇ ਇਹ ਵੀ ਗੱਲ ਦਾ ਜ਼ਿਕਰ ਵਾਰ-ਵਾਰ ਆ ਰਿਹਾ ਕਿ ਇਹ ਕੇਸ ਜਿਹੜਾ ਸੀਗਾ ਇਹਦੇ ਵਿੱਚ ਜਿਹੜਾ ਹੱਲ ਆਉਣਾ ਸੀਗਾ, ਨਤੀਜਾ ਐਲਾਨ ਕਰਨਾ ਸੀਗਾ ਅਦਾਲਤ ਦੇ ਵੱਲੋਂ, ਤਾਂ ਉਹ ਵੀ ਰਾਖਵਾਂ ਰੱਖ ਲਿਆ ਗਿਆ ਸੀ ਕਿਉਂਕਿ ਪਹਿਲਾਂ ਹੀ ਇਹ ਸਾਰੀ ਚੀਜ਼ਾਂ ਤੈਅ ਹੋ ਗਈਆਂ ਸੀਗੀਆਂ। ਨਵੀਂ ਸਰਕਾਰ ਦੇ ਸਮੇਂ 3 ਮਹੀਨਿਆਂ ਦੇ ਵਿੱਚ ਨਾ ਤਾਂ ਕੋਈ ਪੇਸ਼ੀ ਹੋਈ, ਨਾ ਕੋਈ ਨਵੀਂ ਗਵਾਹੀ ਹੋਈ, ਨਾ ਕੋਈ ਅਦਾਲਤ ਨੇ ਸੁਣਵਾਈ ਕੀਤੀ, ਤਾਂ ਇਹਦੇ ਵਿੱਚ ਸਾਫ਼ ਤੌਰ ਤੇ ਇਹ ਸਮਝ ਆ ਜਾਂਦੀ ਹੈ ਕਿ ਮੌਜੂਦਾ ਸਰਕਾਰ ਦਾ ਤਾਂ ਕੋਈ ਭੂਮਿਕਾ ਇਸ ਖਾਸ ਕਰਕੇ ਇਸ ਜਿਹੜਾ ਫੈਸਲਾ ਆਇਆ ਉਹਦੇ ਵਿੱਚ ਰਹੀ ਨਹੀਂ। ਬਿਲਕੁਲ ਜੀ। ਵੈਸੇ ਤਾਂ ਸਰਕਾਰ ਨੂੰ ਕਹਿਣਾ ਚਾਹੀਦਾ ਨਿਆਂਪਾਲਿਕਾ ਆਜ਼ਾਦ ਹੈ, ਉਹ ਆਪਣਾ ਕੰਮ ਕਰੇਗੀ। ਜੋ ਕੰਮ ਕੀਤਾ ਹੈਗਾ, ਜੋ ਫੈਸਲਾ ਆਇਆ ਹੈਗਾ, ਕੱਲ ਨੂੰ ਫਿਰ ਆਪਣੀਆਂ ਤੁਸੀਂ ਪੋਜੀਸ਼ਨਾਂ ਬਦਲਦੇ ਹੋ। ਜਦੋਂ ਤੁਹਾਨੂੰ ਪ੍ਰੇਮੀਆਂ ਦੀਆਂ ਵੋਟਾਂ ਦੀ ਲੋੜ ਹੁੰਦੀ ਹੈ ਫਿਰ ਤੁਸੀਂ ਉਸ ਰੰਗ ਦੇ ਜਿਹੜੇ ਬਿਆਨ ਦੇ ਦਿੰਦੇ ਹੋ। ਅੱਜ ਤੁਹਾਨੂੰ ਪੰਜਾਬ ਦੇ ਵਿੱਚ ਵਾਹ ਖੱਟਣੀ ਆ, ਅੱਜ ਤੁਸੀਂ ਹੋਰ ਕਿਸਮ ਦੇ ਜਿਹੜੇ ਆ ਉਹ ਬਿਆਨ ਦੇ ਰਹੇ ਹੋ। ਪੋਲੀਟੀਕਲ ਸਾਰੀਆਂ ਪਾਰਟੀਆਂ ਦੇ ਲੋਕ, ਭਾਵੇਂ ਉਹ ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਇਹਨਾਂ ਦਾ ਕਿਰਦਾਰ ਇਹੀ ਰਿਹਾ ਆ। ਸਵਾਲ ਇਸ ਸਮੇਂ ਇਹੀ ਹੈ ਕਿ ਜਿਹੜਾ ਸਾਡੇ ਸਿਆਸੀ ਲੋਕਾਂ ਦਾ ਕਿਰਦਾਰ ਡਿੱਗ ਗਿਆ ਆ, ਉਹ ਚਿੰਤਾ ਦਾ ਵਿਸ਼ਾ ਆ ਕਿ ਕਿਸੇ ਨੂੰ ਐਡੇ ਜਿਹੜੇ ਸੰਵੇਦਨਸ਼ੀਲ ਮਸਲੇ ਆ ਉਹਨਾਂ ਦੀ ਸੰਜੀਦਗੀ ਦਾ ਹੀ ਨਹੀਂ ਪਤਾ। ਇਹ ਕੀ ਮਸਲਾ ਹੈਗਾ ਹੈ ਕਿ ਤੁਸੀਂ ਭਾਈਬੰਦੀ ਤੌਰ ਤੇ ਦੇਖੋ, ਇੱਕ ਇੰਡੀਕੇਸ਼ਨ ਹੁੰਦੇ, ਸਜ਼ਾ ਹੋਈ ਹੈ, ਜੋ ਦੋਸ਼ੀਆਂ ਨੇ ਇਹਨੂੰ ਸਜ਼ਾ ਹੋਈ ਹੈ, ਤੇ ਇਹਦੇ ਵਿੱਚ ਇਹਨਾਂ ਨੂੰ ਕਹਿਣਾ ਚਾਹੀਦਾ ਕਿ ਹੋਰ ਸਮਾਜ ਦੇ ਵਿੱਚ ਵੀ ਜਿਹੜੇ ਇਹਨੂੰ ਕੰਨ ਹੋਣੇ ਚਾਹੀਦੇ ਕਿ ਕੋਈ ਬੰਦਾ ਜਿਹੜਾ ਕਾਨੂੰਨ ਦੀਆਂ ਨਜ਼ਰਾਂ ਤੋਂ ਨਹੀਂ ਬਚੇਗਾ। ਜੇ ਕੋਈ ਬੰਦਾ ਕਿਸੇ ਕਿਸਮ ਦੇ ਕ੍ਰਾਈਮ ਦੇ ਵਿੱਚ, ਇਹ ਕ੍ਰਾਈਮ ਸਿੱਧਾ ਕੋਈ ਆਮ ਕ੍ਰਾਈਮ ਨਹੀਂ ਹੈਗਾ, ਇੱਕ ਧਰਮ ਦੇ, ਇੱਕ ਫਿਰਕੇ ਦੇ, ਭਾਈਚਾਰੇ ਦੇ ਭਾਵਨਾਵਾਂ ਦੇ ਨਾਲ ਖਿਲਵਾੜ ਵਾਲੀ ਗੱਲ ਹੈਗੀ ਆ। ਕਿਉਂਕਿ ਇਹ ਪੰਜਾਬ ਦਾ ਕੋਈ ਵੀ ਪੰਜਾਬੀ ਆ ਜਿਹੜਾ, ਅਸੀਂ ਹਜ਼ਾਰਾਂ ਸਾਲਾਂ ਤੋਂ ਇਕੱਠੇ ਰਹਿ ਰਹੇ ਹਾਂ, ਕੋਈ ਇਸ ਤਰ੍ਹਾਂ ਦੀ ਸਵਾਲ ਨਹੀਂ ਕਿ ਇੱਕ ਦੂਜੇ ਨੂੰ ਜਦੋਂ ਕੋਈ ਭਾਵਨਾ ਤੱਕ ਠੇਸ ਪਹੁੰਚਦੀ ਆ ਉਹਦਾ ਕੋਈ ਇਸ ਤਰ੍ਹਾਂ ਦਾ ਉਹਦਾ ਮਿਸਯੂਜ਼ ਕਰ ਸਕਦਾ ਹੋਵੇ। ਪਰੰਤੂ ਇਹ ਲੋਕ ਨੇ ਜਿਹੜੇ ਕਾਫੀ ਜਿਹੜਾ ਨਵਾਂ ਰੁਝਾਨ ਹੈ ਇਹ ਪਿਛਲੇ 20-30 ਸਾਲਾਂ ਦੇ ਵਿੱਚ ਇਸ ਤਰ੍ਹਾਂ ਦਾ ਆਇਆ ਕਿ ਨਹੀਂ ਤਾਂ ਕੋਈ ਵੀ ਬੰਦਾ ਜਦੋਂ ਕਿਸੇ ਦੇ ਧਾਰਮਿਕ ਚਿੰਨ੍ਹ ਦੀ ਜਿਹੜੀ ਆ ਉਹ ਕੋਈ ਬੇਅਦਬੀ ਕਰਦਾ ਸੀ ਜਾਂ ਕਮੈਂਟ ਕਰਦਾ ਸੀ ਤਾਂ ਉਸ ਚੀਜ਼ ਨੂੰ ਦੂਜੇ ਬੰਦੇ ਸਮਾਜ ਦੇ ਵਿੱਚ ਟੋਕਣ ਵਾਲੇ ਹੁੰਦੇ ਸੀਗੇ। ਬਹੁਤ ਅਹਿਮ ਚੀਜ਼ਾਂ ਸੀਗੀਆਂ ਕਿ ਇੱਕ ਭਾਈਚਾਰਕ ਸਾਂਝ ਜਿਹੜੀ ਸੀਗੀ ਉਹ ਬੜੀ ਮਜ਼ਬੂਤ ਹੁੰਦੀ ਸੀ। ਕਿਸੇ ਵੀ ਧਰਮ ਦੇ ਬਾਰੇ ਕੋਈ ਜ਼ਿਕਰ ਇੱਦਾਂ ਦਾ ਕਰਨਾ ਤਾਂ
ਦੋ ਵਾਰ ਬੰਦਾ ਸੋਚਦਾ ਸੀਗਾ, ਪਰ ਅੱਜ ਕੱਲ੍ਹ ਉਸ ਨੂੰ ਸਿਆਸਤ ਦੀ ਜਦੋਂ ਦੀ ਭੇਂਟ ਚੜਿਆ ਤਾਂ ਨਤੀਜੇ ਤੇ ਉਹਦੇ ਰਿਜ਼ਲਟ ਜਿਹੜੇ ਨੇ ਹੋਰ ਹੋ ਗਏ। ਖੁਸ਼ਹਾਲ ਜੀ, ਜਦੋਂ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਅਸੀਂ ਕਿਸੇ ਇੱਕ ਪਾਰਟੀ ਦਾ ਜ਼ਿਕਰ ਨਹੀਂ ਕਰਨਾ, ਅਸੀਂ ਹਰੇਕ ਪਾਰਟੀ ਦਾ ਜ਼ਿਕਰ ਕਰਨਾ, ਕਿਉਂਕਿ ਦਰਸ਼ਕਾਂ ਦਾ ਵੀ ਇਹ ਸਿੱਧੇ ਤੌਰ ਤੇ ਮੰਗ ਹੁੰਦੀ ਹੈ ਕਿ ਬਰਾਬਰਤਾ ਹੋਣੀ ਚਾਹੀਦੀ ਹੈ, ਅਸੀਂ ਕਿਸੇ ਦਾ ਪੱਖਪਾਤ ਨਾ ਕਰਦੇ ਚੱਲੀਏ। ਆਮ ਆਦਮੀ ਪਾਰਟੀ ਦਾ ਜ਼ਿਕਰ ਕਰ ਰਹੇ, ਹੁਣ ਦੂਸਰੇ ਪਾਸੇ ਅਸੀਂ ਕਾਂਗਰਸ ਦਾ ਜ਼ਿਕਰ ਕਰ ਲਈਏ। ਮੌਕਾ ਲੋਕਾਂ ਨੇ ਉਹਨਾਂ ਨੂੰ ਵੀ ਦਿੱਤਾ ਸੀ। 2017 ਦੀਆਂ ਚੋਣਾਂ ਜੇ ਕਾਂਗਰਸ ਨੇ ਜਿੱਤੀਆਂ ਤਾਂ ਇਸੇ ਆਧਾਰ ਤੇ ਜਿੱਤੀਆਂ ਸੀਗੀਆਂ ਕਿ ਅਸੀਂ ਜਿੱਦਾਂ ਹੀ ਸੱਤਾ ਦੇ ਵਿੱਚ ਆਏ ਅਸੀਂ ਇਨਸਾਫ ਦੇਵਾਂਗੇ। ਉਹਨਾਂ ਦੇ 5 ਸਾਲ ਜਿਉਂਦੇ ਤਿਉਂ ਲੰਘ ਗਏ। ਤਾਂ ਹੁਣ ਸਿੱਧੇ ਤੌਰ ਤੇ ਕਾਂਗਰਸ ਦੇ ਆਗੂਆਂ ਦੇ ਵੀ ਬਿਆਨ ਆ ਰਹੇ ਨੇ, ਕਹਿੰਦੇ ਕਿ ਚਲਾਨ ਅਸੀਂ ਪੇਸ਼ ਕੀਤਾ ਸੀ, ਉੱਤੇ ਸੁਣਵਾਈ ਵੀ ਸਾਡੇ ਸਮੇਂ ਦੇ ਦੌਰਾਨ ਹੋਈ ਹੈ, ਨਤੀਜਾ ਉਹਦਾ ਹੀ ਹੈ ਇਹ ਸਭ। ਬਿਲਕੁਲ ਜੀ, ਤੁਸੀਂ ਕਹੋਗੇ ਅਸੀਂ ਕੀਤਾ ਸੀਗਾ, ਬਰਗਾੜੀ ਜਾ ਕੇ ਵਾਅਦੇ ਵੀ ਤੁਸੀਂ ਕੀਤੇ ਸੀਗੇ ਕਿ ਅਸੀਂ ਇਨਸਾਫ ਦੇਵਾਂਗੇ, ਉਹ ਵਾਅਦੇ ਤੋਂ ਮੁੱਕਰੇ ਵੀ ਤੁਸੀਂ ਹੋ। ਤੁਸੀਂ ਸਾਰਾ ਕੁਝ ਤੁਹਾਡੇ ਹੁੰਦਿਆਂ ਹੋਇਆ ਹੈ, ਤੇ ਉਹਦੀ ਜ਼ਿੰਮੇਵਾਰੀ ਕੌਣ ਲਏਗਾ? ਜਿਹੜੇ ਤੁਸੀਂ ਕੈਬਨਿਟ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਖੜ ਕੇ ਧਿਆਨ ਸਿੰਘ ਮੰਡ ਤੋਂ ਮੋਰਚਾ ਚੁਕਵਾਇਆ ਸੀਗਾ, ਉਹਦੀ ਜ਼ਿੰਮੇਵਾਰੀ ਕਿਹਦੀ ਬਣਦੀ? ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਉਹਦੇ ਬਾਰੇ ਕੌਣ ਜਵਾਬ ਦੇਵੇਗਾ? ਇਹ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਹੈ ਉਹਨਾਂ ਨੂੰ ਆਪਣੀ ਜਿਹੜੀ ਪਾਰਟੀ ਦੀ ਪਾਲਿਸੀ ਹੈ ਉਹਦਾ ਧਿਆਨ ਰੱਖਣਾ ਚਾਹੀਦਾ ਕਿ ਪੰਜਾਬ ਦੇ ਲੋਕ ਬਹੁਤ ਵੱਡੇ, ਪੰਜਾਬ ਦਾ ਜਿਹੜਾ ਭਾਈਚਾਰਾ ਹੈ ਉਹ ਪੀੜਤ ਰਿਹਾ ਆ, ਤੁਹਾਡੇ ਤੋਂ ਵੀ ਪੀੜਤ ਰਿਹਾ ਆ। ਤੁਸੀਂ ਵੀ ਉਹ ਲੋਕਾਂ ਨੂੰ ਜਿਹੜੇ ਇਨਸਾਫ ਨਹੀਂ ਦਿੱਤਾ, ਉਹ ਤੁਹਾਡੇ ਤੋਂ ਪਹਿਲੇ ਪੁਰਾਣੇ ਲੋਕ ਸੀ, ਉਹਨਾਂ ਨੇ ਸਿੱਖਾਂ ਨਾਲ ਵਧੀਕੀਆਂ ਕੀਤੀਆਂ, ਪੰਜਾਬ ਦੇ ਜਵਾਨੀ ਦੇ ਨਾਲ ਜਿਹੜਾ ਆ ਸ਼ਿਕਾਰ ਖੇਡਿਆ ਤੁਸੀਂ ਇੱਥੇ। ਤੁਹਾਡੇ ਰਾਜ ਦੇ ਵਿੱਚ ਬੇਅੰਤ ਸਿੰਘ ਤੇ KPS ਗਿੱਲ ਨੇ ਵੱਡੇ ਕਾਰਨਾਮੇ ਕੀਤੇ। ਅਜੇ ਤੱਕ ਵੱਡੇ ਵੱਡੇ ਪੁਲਿਸ ਦੇ ਅਧਿਕਾਰੀ ਜਿਹੜੇ ਉਹ ਕੋਰਟਾਂ ਦੇ ਵਿੱਚ ਚੱਕਰ, ਜਿਹੜੇ ਅਦਾਲਤਾਂ ਦੇ ਵਿੱਚ ਕੇਸ ਭੁਗਤ ਰਹੇ ਨੇ, ਉਹ ਵੀ ਸਾਰਾ ਕੁਝ ਤੁਹਾਡੇ ਨਾਲ ਜੁੜਦਾ ਆ। ਤੁਸੀਂ ਜਿਹੜੇ ਆ ਵਾਰ-ਵਾਰ ਮੌਕੇ ਦੇ ਕੇ ਸਮੇਤ ਸੈਣੀ ਨੂੰ ਬਚਾਇਆ, ਇਹ ਵੀ ਤੁਹਾਡੇ ਸਾਰਿਆਂ ਦੀ। ਤੇ ਇਸ ਕਰਕੇ ਇਸ ਹਮਾਮ ਦੇ ਵਿੱਚ ਸਾਰੇ ਨੰਗੇ ਆ। ਜਿਨ੍ਹਾਂ ਨੇ ਸਤਾ ਹੰਡਾਉਣੀ ਆ ਉਹਨਾਂ ਨੂੰ ਉਹ ਅਫਸਰਸ਼ਾਹੀ ਦੀ ਜ਼ਰੂਰਤ ਹੈ, ਜਿਹੜੀ ਲੋੜ ਪੈਣ ਤੇ ਲੋਕਾਂ ਜਿਹੜਾ ਇਤਿਹਾਸ ਹੈ ਲੋਕਾਂ ਨੂੰ ਕੁੱਟਣ ਦਾ ਤੇ ਮਾਰਨ ਦਾ ਹੈਗਾ ਆ। ਸੋ ਉਹਦੇ ਵਿੱਚ ਭਾਵੇਂ ਕਿਸੇ ਵੀ ਕਲਰ ਦਾ ਕੋਈ ਸਿਆਸੀ ਧਿਰ ਹੋਵੇ, ਉਹ ਸਾਰੇ ਇਨਵੋਲਵ ਹੈ। ਹੁਣ ਤੱਕ ਜਿਹੜਾ ਮਰਜ਼ੀ ਧਿਰ ਕਹਿੰਦੀ ਰਵੇ, ਅਸੀਂ ਉਸ ਕਿਸੇ ਨੂੰ ਇਹ ਬਰੀ ਨਹੀਂ ਕਰ ਸਕਦੇ, ਕਿਉਂਕਿ ਇਹ ਸਾਰਾ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਨੇ, ਇਹਨਾਂ ਸਾਰਿਆਂ ਦੇ ਸੱਤਾ ਕਾਲ ਦੇ ਵਿੱਚ ਵੀ ਹੋਈਆਂ ਨੇ। ਇਹਨਾਂ ਦੇ ਵਿੱਚ ਵੀ ਕੋਈ ਐਵੇਂ ਦਾ ਨਹੀਂ ਗਾ ਕਿ ਮੌਕੇ ਤੇ ਇਨਸਾਫ ਮਿਲ ਗਿਆ ਹੋਵੇ, ਜਾਂ ਫਾਸਟ ਟਰੈਕ ਬਣਾ ਕੇ ਕੋਰਟ ਦੇ ਵਿੱਚ ਕੋਈ, ਜਿਸ ਤਰ੍ਹਾਂ ਆਪਣੇ ਸਿਆਸੀ ਜਿਹੜੇ ਫਾਇਦੇ ਵਾਲੇ ਲੋਕ ਹੁੰਦੇ ਆ ਜਾਂ ਕੇਸ ਹੁੰਦੇ ਆ, ਉਹਨਾਂ ਦੇ ਵਿੱਚ ਫਾਸਟ ਟਰੈਕ ਲਾ ਕੇ ਜਿਸ ਤਰ੍ਹਾਂ ਕੰਮ ਹੋ ਜਾਂਦਾ ਆ, ਤਾਂ ਇਸ ਤਰ੍ਹਾਂ ਨਹੀਂ ਲਿਆ ਜਾਂਦਾ, ਕਿਉਂਕਿ ਇਹ ਨਿੱਜੀ ਹਿੱਤ ਹੈ ਜਿਹੜੇ ਉਹ 5 ਸਾਲਾਂ ਬਾਅਦ ਪੂਰੇ ਹੋਣੇ ਆ। ਇਹਦੇ ਭਾਰੂ ਹੋ ਜਾਂਦੇ, ਨਿੱਜੀ ਹਿੱਤ ਭਾਰੂ ਹੋ ਜਾਂਦੇ। ਜੇ ਸੰਜੀਦਗੀ ਹੁੰਦੀ ਤਾਂ ਇਹ ਸਾਰੇ ਕਿੱਸਿਆਂ ਨੂੰ ਫਾਸਟ ਟਰੈਕ ਦੇ ਵਿੱਚ ਪਾ ਦਿੰਦੇ, ਘੱਟੋ ਘੱਟ ਨਤੀਜੇ ਛੇਤੀ ਆਉਂਦੇ, ਪਰ ਉਹਨਾਂ ਨੂੰ ਲਟਕਾਉਣਾ ਸੀਗਾ, ਉਹਨਾਂ ਤੇ ਸਿਆਸਤ ਕਰਨੀ ਸੀ, ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਰਹੀਆਂ। 5-5 ਸਾਲ ਦਾ ਸਮਾਂ ਵੀ ਨਿਕਲ ਗਿਆ। ਹੁਣ ਸ਼ੁਰੂਆਤ ਦੀ ਗੱਲ ਕਰ ਲਈਏ, ਅਕਾਲੀ ਦਲ ਦਾ ਜ਼ਿਕਰ ਕਰ ਲਈਏ। ਅਕਾਲੀ ਦਲ ਕਹਿੰਦਾ ਕਿ ਕਮੇਟੀ ਅਸੀਂ ਬਣਾਈ ਸੀ ਜਿਹਨੇ ਜਾਂਚ ਕੀਤੀ ਹੈ। ਖਟਰਾ ਸਾਹਿਬ ਦਾ ਜ਼ਿਕਰ ਕਰ ਰਹੇ, ਕਹਿੰਦੇ ਉਸੇ ਦਾ ਨਤੀਜਾ ਇਹ ਹੁਣ ਆਇਆ ਵੀ ਸਾਨੂੰ ਤਾਂ ਉਹ ਤਾਂ ਵੈਸੇ ਵੀ ਜਦੋਂ ਦੀ ਰਿਪੋਰਟ ਆਈ ਹੋਈ ਹੈ ਭਗਵੰਤ ਮਾਨ ਦੇ ਹੱਥੋਂ, ਜਿਹੜੀ ਕੁਝ ਸਿੱਖ ਜਥੇਬੰਦੀਆਂ ਨੂੰ ਗਈ ਹੈ, ਉਹ ਤਾਂ ਵੈਸੇ ਹੀ ਆਪਣੇ ਆਪ ਨੂੰ ਸੁਰਖਰੂ ਦੱਸ ਰਹੇ ਨੇ ਕਿ ਸਾਨੂੰ ਤਾਂ ਬਦਨਾਮ ਕੀਤਾ ਗਿਆ, ਸਾਡੀ ਤਾਂ ਕੋਈ ਭੂਮਿਕਾ ਨਹੀਂ ਸੀ। ਦੂਸਰੇ ਪਾਸੇ ਜਿਹੜੀ ਅਸੀਂ ਸਿੱਟ ਬਣਾਈ ਸੀ ਉਹਦਾ ਨਤੀਜਾ ਇਹ ਆ ਕਿ ਮੋਗਾ ਦੇ ਵਿੱਚ ਨਤੀਜਾ ਹੋ ਗਿਆ ਤੇ 3 ਜਣੇ ਫੜ ਲਏ ਗਏ ਨੇ। ਭੋਗਲ ਸਾਹਿਬ ਜੀ, ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈਗੀ ਆ, ਜਾਂ ਅਸੀਂ ਕਿ ਬੇਅਦਬੀ ਹੋ ਸਕਦਾ ਪਹਿਲਾਂ ਵੀ ਹੁੰਦੀ ਰਹੀ ਹੋਵੇ, ਪਰੰਤੂ ਜਿਹਨੇ ਸਿੱਖ ਸਮਾਜ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਉਹ ਬਰਗਾੜੀ ਵਾਲਾ ਕੇਸ ਸੀਗਾ। ਤੇ ਉਹਦੇ ਵਿੱਚ ਸਰਕਾਰ ਦੀ ਜਿਹੜੀ ਭੂਮਿਕਾ ਆ, ਉਹਦੇ ਵਿੱਚ ਸਿੱਟ ਅਦਾਲਤਾਂ ਜੋ ਮਰਜ਼ੀ ਇਹਨਾਂ ਨੂੰ ਕਲੀਨ ਚਿੱਟ ਦੇ ਦੇਣ, ਪਰੰਤੂ ਪੰਜਾਬ ਦੇ ਲੋਕਾਂ ਨੇ, ਸਿੱਖ ਭਾਈਚਾਰੇ ਨੇ ਜਿਹੜੀ ਬਣਦੀ ਸਜ਼ਾ ਸੀ ਇਹਨਾਂ ਦੀ ਉਹ ਦੇ ਦਿੱਤੀ। ਉਹਦੇ ਤੋਂ ਨਹੀਂ ਬਚ ਸਕਦੇ। ਇਹ ਟੈਕਨੀਕਲ ਤੌਰ ਤੇ ਕਹਿ ਸਕਦੇ ਆ ਹੁਣ ਅਸੀਂ ਦੋਸ਼ ਮੁਕਤ ਹਾਂ, ਸਾਡੇ ਤੇ ਕੋਈ ਦੋਸ਼ ਨਹੀਂ ਹੈਗਾ, ਪਰ ਸਿੱਖ ਸੰਗਤ ਉਹਨੂੰ ਕਿਸ ਤਰ੍ਹਾਂ ਲੈਂਦੀ ਆ? ਕਿ ਸਿੱਖ ਸੰਗਤ ਨੇ ਇਹਨਾਂ ਨੂੰ ਸਵੀਕਾਰ ਕਰ ਲਿਆ। ਇਹਨਾਂ ਨੇ ਵੱਡੇ ਜਿਹੜੇ ਭਾਵਨਾਤਮਕ ਇਸ਼ੂ ਸੀ ਉਹਨਾਂ ਦੇ ਉੱਤੇ ਯਤਨ ਕੀਤਾ ਕਿ ਸਾਡੇ ਪੈਰ ਲੱਗ ਜਾਣ। ਪਿਛਲੇ ਦਿਨਾਂ ਦੇ ਵਿੱਚ ਸੰਗਰੂਰ ਦੀ ਇਲੈਕਸ਼ਨ ਵਿੱਚ ਬੰਦੀ ਸਿੰਘਾਂ ਦਾ ਪੱਤਾ ਖੇਡ ਕੇ ਦੋਨੇ ਪਾਸੇ ਧਰੋ ਕਮਾਇਆ, ਪੰਜਾਬ ਦੇ ਲੋਕਾਂ ਨਾਲ ਵੀ ਧਰੋ ਕਮਾਇਆ, ਤੇ ਬੰਦੀ ਸਿੰਘਾਂ ਦੇ ਜਿਹੜਾ ਕਾਜ ਸੀ ਉਹਨਾਂ ਨੂੰ ਵੀ ਦਾਅ ਤੇ ਲਾਇਆ। ਤੇ ਉਸ ਤੋਂ ਬਾਅਦ ਜਿਹੜੇ ਹਾਲਾਤ ਹੋਏ ਤੁਹਾਡੇ ਸਾਹਮਣੇ। ਸ਼੍ਰੋਮਣੀ ਅਕਾਲੀ ਦਲ ਜਿੰਨਾ ਚਿਰ ਤੱਕ ਸਿੱਧਾ ਹੋ ਕੇ ਲੋਕਾਂ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਲੈਂਦਾ, ਤੇ ਹੋ ਸਕਦਾ ਲੋਕ ਕੁਝ ਉਹਨਾਂ ਵਾਸਤੇ ਪੋਜ਼ਿਟਿਵ ਸੋਚਦੇ। ਅਕਾਲੀ ਦਲ ਉਹਨੂੰ ਟੈਕਨੀਕਲ ਡਿਨਾਈ ਕਰਦਾ ਆ ਰਿਹਾ ਲਗਾਤਾਰ।
ਹੋਰ ਪਾਸੇ ਡਿਵਰਟ ਕੀਤਾ ਜਾ ਰਿਹਾ ਕੇਸਾਂ ਦੇ ਵਿੱਚ। ਛੋਟੇ ਛੋਟੇ ਹੋਰ ਮੁੱਦੇ ਉਠਾ ਕੇ ਇਸ ਮੁੱਦੇ ਨੂੰ ਪਿਛਾਂਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਨਹੀਂ ਹੋਣਾ। ਸਿੱਖ ਸਮਾਜ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਿੱਖ ਸਮਾਜ ਗੁਰੂ ਮੰਨਦਾ ਆ। ਉਹਦੀ ਬੇਅਦਬੀ ਹੋਈ ਹੈ, ਤੁਹਾਡੀ ਸਰਕਾਰ 'ਚ ਹੋਈ ਹੈ। ਜਿੱਥੇ ਜਿਹੜੀ ਕਸਟੋਡੀਅਨ ਸੀ, ਜਿੱਥੇ ਪਹਿਰੇਦਾਰੀ ਦੀ ਤੁਹਾਡੀ ਡਿਊਟੀ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਹਦੀ ਨਿਗਰਾਨੀ ਹੇਠ ਹੋਈ ਹੈ। ਤੁਹਾਡੀਆਂ ਸੰਸਥਾਵਾਂ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ੍ਰੀ ਅਕਾਲ ਤਖਤ ਨੇ, ਪ੍ਰਧਾਨ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਇੱਕ ਵਾਰੀ ਵੀ ਆਪਣੇ ਇਜਲਾਸ ਵਿੱਚ ਇਸ ਜਿਹੜੀ ਹੈ ਗੁਨਾਹ ਦੀ ਮਾਫੀ ਨਹੀਂ ਮੰਗੀ। ਜੇ ਤੁਸੀਂ ਮੁਨਾਫੀ ਨਹੀਂ ਮੰਗਦੇ ਤਾਂ ਲੋਕ ਤੁਹਾਨੂੰ ਮਾਫ ਕਰ ਦੇਣਗੇ। ਅਦਾਲਤਾਂ 'ਚ ਹੋ ਸਕਦਾ ਇਹਨਾਂ ਨੂੰ, ਅਦਾਲਤਾਂ ਵਿੱਚ ਤਾਂ ਦੇਖੋ ਜੀ, ਅਦਾਲਤ ਨੇ ਤਾਂ ਨਿਰੰਕਾਰੀ ਨੂੰ ਮਾਫ ਕਰ ਦਿੱਤਾ ਸੀਗਾ, ਦੋਸ਼ਬਰੀ ਕਰ ਦਿੱਤਾ ਸੀ। ਕੀ ਸਿੱਖ ਸਮਾਜ ਨੇ ਅੱਜ ਉਹਨਾਂ ਨੂੰ ਸਵੀਕਾਰ ਕਰ ਲਿਆ? ਇਹ ਨਹੀਂ ਹੁੰਦਾ। ਸਾਰੇ ਕੇਸਾਂ 'ਚ KPS ਗਿੱਲ ਨੂੰ ਮਾਫ ਕਰਤਾ, ਬਹੁਤ ਤੋਂ ਵੱਡੇ ਹੋਰ ਬੰਦਿਆਂ ਨੂੰ ਅਦਾਲਤਾਂ ਨੇ ਮਾਫ ਕਰ ਦਿੱਤਾ। ਕੀ ਸਿੱਖ ਸਮਾਜ ਨੇ ਮਾਫ ਕਰਤਾ? ਅਦਾਲਤਾਂ ਨੇ ਤਾਂ ਮੁਗਲ ਸ਼ਾਹੀ ਦੇ ਵਿੱਚ ਵੀ ਆਪਣੀਆਂ ਅਦਾਲਤਾਂ ਉਹਨਾਂ ਦੀਆਂ ਮਾਫ ਕਰਦੀਆਂ ਸੀਗੀਆਂ, ਪਰੰਤੂ ਸਿੱਖ ਇਤਿਹਾਸ ਨੇ ਕਦੀ ਮਾਫ ਨਹੀਂ ਕੀਤਾ। ਇਹ ਇਤਿਹਾਸ ਦਾ ਪੀਰੀਅਡ ਹੈ। ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ ਉਹ 2015 ਤੋਂ ਲੈ ਕੇ 2017 ਦਾ ਦੌਰ ਹੈ। ਇਹਦੇ ਵਿੱਚ ਜੋ ਉਹਨਾਂ ਨੇ ਕੀਤਾ ਸਿੱਖ ਸੰਗਤ ਦੇ ਦਰਮਿਆਨ, ਜਿਸ ਤਰ੍ਹਾਂ ਸਾਈਡ ਤੇ ਜਾ ਕੇ ਉਹਨਾਂ ਨੇ ਲੋਕਾਂ ਨੂੰ ਇਨਸਾਫ ਦੇਣ ਦੇ ਰਸਤੇ ਵਿੱਚ ਰੁਕਾਵਟਾਂ ਪਾਈਆਂ, ਉਹ ਇੱਕ ਇਤਿਹਾਸ ਦਾ ਹਿੱਸਾ ਬਣ ਚੁੱਕਿਆ ਆ ਤੇ ਉਹਦੀ ਸਜ਼ਾ ਅਕਾਲੀ ਦਲ ਭੁਗਤ ਰਿਹਾ ਆ। ਬੜੀ ਅਹਿਮ ਚੀਜ਼ ਤੁਸੀਂ ਜ਼ਿਕਰ ਕੀਤਾ ਕਿ ਬੇਸ਼ੱਕ ਇਹ ਜਿਹੜੀ ਰਿਪੋਰਟ ਵੀ ਆਈ ਹੈ ਇਹ ਸਿਰਫ ਬੇਅਦਬੀ ਮਸਲਿਆਂ ਦੀ ਹੈ, ਗੋਲੀकांड ਦੀ ਨਹੀਂ ਆਈ। ਬਹਿਬਲ ਕਲਾਂ ਤੇ ਬਰਗਾੜੀ ਗੋਲੀकांड ਦਾ ਕੋਈ ਜ਼ਿਕਰ ਨਹੀਂ ਹੈ। ਲਈ ਉਹਦੇ ਬਾਰੇ ਅਲੱਗ ਰਿਪੋਰਟ ਹੋਣੀ ਆ। ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਕਿ ਇਹ ਤਾਂ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਇਹਨਾਂ ਦਾ ਜ਼ਿਕਰ ਕੀਤਾ ਨਹੀਂ ਹੈ, ਇਸ ਕਰਕੇ ਨਹੀਂ ਹੋਇਆ। ਪਰ ਗੋਲੀकांड ਦੇ ਵਿੱਚ ਗੋਲੀਆਂ ਚੱਲੀਆਂ, ਗੋਲੀਆਂ ਟੈਂਪਰ ਤੱਕ ਕੀਤੀਆਂ ਗਈਆਂ। ਸਰਕਾਰੀ ਬੰਦਿਆਂ ਨੇ, ਜਿਨ੍ਹਾਂ ਨੇ, ਪੁਲਿਸ ਵਾਲਿਆਂ ਨੇ ਗੋਲੀਆਂ ਚਲਾਈਆਂ, ਉਹਨਾਂ ਨੂੰ ਅਣਪਛਾਤੇ ਗਰਦਾਨ ਦਿੱਤਾ। ਉਸ ਵੇਲੇ ਬਾਅਦ ਵਿੱਚ ਉਹਨਾਂ ਦਾ ਵੀ ਨਾਮ ਆਇਆ ਸਾਹਮਣੇ, ਗਾਹੇ ਬਗਾਹੇ। ਜਿਸ ਤਰੀਕੇ ਨਾਲ ਜਦੋਂ ਪ੍ਰੈਸ਼ਰ ਬਣਿਆ, ਗੋਲੀਆਂ ਤੱਕ ਟੈਂਪਰ ਹੋਈਆਂ, ਤਾਂ ਬੜੀਆਂ ਚੀਜ਼ਾਂ ਉਧਰਲੇ ਪਾਸੇ ਹਲੇ ਵਧਣੀਆਂ ਨੇ। ਮੈਨੂੰ ਲੱਗਦਾ ਕਿ ਉਧਰਲੇ ਪਾਸੇ ਜਦੋਂ ਨਤੀਜਾ ਹੈ ਤਾਂ ਬਹੁਤ ਸਾਰੀਆਂ ਤਸਵੀਰਾਂ ਉਧਰਲੇ ਪਾਸੇ ਨੂੰ ਵੀ ਸਾਫ਼ ਹੋਣਗੀਆਂ। ਬਿਲਕੁਲ ਜੀ। ਇਹ ਤਾਂ ਵੇਖੋ ਉਹ ਜਿਹੜਾ ਹੈਗਾ ਆ ਮਸਲਾ ਆ ਕਿ ਬੇਅਦਬੀ, ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ, ਸਭ ਤੋਂ ਪਹਿਲਾਂ ਇਹ ਦੇਖਿਆ ਜਾਂਦਾ ਹੈ ਕ੍ਰਾਈਮ ਕਰਨ ਦਾ ਫਾਇਦਾ ਕਿਹਨੂੰ ਹੁੰਦਾ ਹੈ। ਜਿਹੜਾ ਅਸੀਂ ਜਿਹੜਾ ਸੱਚਾ ਸੌਦਾ ਦੇ ਡੇਰਾ ਦੇ ਨਾਲ ਸੰਬੰਧਿਤ ਲੋਕ ਨੇ, ਉਹਨਾਂ ਦਾ ਤਾਂ ਕੋਈ ਪੋਲੀਟੀਕਲ ਲਾਹਾ ਜਿਹੜਾ ਸਿੱਧਾ ਪੂਰਾ ਨਹੀਂ ਹੁੰਦਾ। ਉਹ ਵਿੱਚ ਟਰੈਪ 'ਚ ਆ ਕੇ ਹੋ ਸਕਦਾ ਵਰਤੇ ਗਏ ਹੋਣ, ਐਜ ਏ ਟੂਲ, ਹਥਿਆਰ ਵਰਤੇ ਗਏ ਨੇ। ਫਾਇਦਾ ਉੱਥੇ ਕਿਹਦਾ ਹੋਇਆ? ਫਾਇਦਾ ਤੇ ਜਿਹੜਾ ਅਕਾਲੀ ਦਲ ਸਿਆਸੀ ਪਾਰਟੀ ਸੀ ਜੋ ਆਪਣੇ ਸਿੱਖ ਏਜੰਡੇ ਛੱਡ ਚੁੱਕੀ ਸੀ, ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਆ ਉਹ ਭਰੋਸੇਯੋਗਤਾ ਘਟ ਚੁੱਕੀ ਸੀ, ਉਹਦੀ ਪੂਰਤੀ ਵਾਸਤੇ ਇੱਕ ਧੜੇ ਤੋਂ ਪੋਲੀਟੀਕਲ ਜਿਹੜਾ ਹੈ ਉਹ ਵੋਟ ਬੈਂਕ ਦਾ ਫਾਇਦਾ ਉਠਾਉਣਾ ਚਾਹੁੰਦੀ ਸੀ। ਇਹ ਕ੍ਰਾਈਮ ਦਾ ਜਿਹੜਾ ਆ ਮੁੱਖ ਮੰਤਵ ਸਾਬਤ ਹੁੰਦਾ ਆ। ਤੇ ਉਹਦਾ ਉਸ ਤੋਂ ਬਾਅਦ ਉਹਨਾਂ ਨੇ ਸਮਝੌਤੇ ਹੋਏ, ਇਹਨਾਂ ਨੇ ਉਹਨਾਂ ਨੂੰ ਅਕਾਲ ਤਖਤ ਤੋਂ ਦੋਸ਼ ਮੁਕਤ ਕਰਾ ਕੇ ਬਰੀ ਕਰਾਇਆ। ਤੇ ਇਹ ਸਾਰਾ ਕੁਝ ਕ੍ਰਾਈਮ ਹੈ। ਇਹ ਤੇ ਅਕਾਲੀ ਦਲ ਕਿਵੇਂ ਬਚ ਸਕਦਾ ਆ? ਕਿਉਂਕਿ ਕ੍ਰਾਈਮ ਦਾ ਮੰਤਵ ਹੈ ਜਿਹੜਾ, ਉਹਦੀ ਜਿਹੜੀ ਸੇਧ ਹੈ ਉਹ ਅਕਾਲੀ ਦਲ ਵੱਲ ਜਾਂਦੀ ਹੈ। ਉਹਨੂੰ ਅਕਾਲੀ ਦਲ ਜਿੰਨਾ ਚਿਰ ਤੱਕ ਉਹਦੇ ਪੈਰਲਲ ਕੋਈ ਦੁਆਰਾ ਦਲੀਲ ਨਹੀਂ ਦਿੰਦਾ, ਕਿਉਂਕਿ ਉਸ ਤੋਂ ਬਾਅਦ ਅਕਾਲੀ ਦਲ ਨੇ ਪੋਲੀਟੀਕਲ ਸਮਝੌਤਾ ਕੀਤਾ ਇਲੈਕਸ਼ਨਾਂ ਦੇ ਵਿੱਚ, ਉਹਨਾਂ ਨੇ ਵੋਟਾਂ ਪਾਈਆਂ ਨੇ, ਤੇ ਫਿਰ ਤੁਸੀਂ ਕਿਵੇਂ ਭੱਜ ਜਾਓਗੇ ਇਸ ਚੀਜ਼ ਤੋਂ? ਔਰ ਪੰਜਾਬ ਦੇ ਵਿੱਚ ਤੁਸੀਂ ਜਿਹੜਾ ਐਡਾ ਵੱਡਾ ਅਕਾਲ ਤਖਤ ਸਾਹਿਬ ਤੋਂ ਇਸ ਗੱਲ ਦੇ ਲਈ ਜਿਹੜੀ ਹੈ ਸਜ਼ਾ ਦਿੱਤੀ ਗਈ ਹੈ, ਕਿਉਂਕਿ ਡੇਰੇ ਦੇ ਜਿਹੜੇ ਆ ਅਕਾਲੀ ਦਲ ਦੇ ਬਹੁਤ ਵੱਡੇ ਵੱਡੇ ਲੀਡਰ ਡੇਰੇ ਤੋਂ ਵੋਟਾਂ ਮੰਗਣ ਗਏ ਸੀਗੇ। ਤੇ ਇਹ ਸਾਰਾ ਕੁਝ ਜਿਹੜਾ ਆ ਦਿੱਲੀ ਦੀਆਂ ਇਲੈਕਸ਼ਨਾਂ 'ਚ ਹੀ ਹੋਇਆ, ਪੰਜਾਬ ਦੀਆਂ ਇਲੈਕਸ਼ਨਾਂ 'ਚ ਵੀ ਹੋਇਆ। ਤੇ ਇਹਨੂੰ ਤੁਸੀਂ ਬਚ ਨਹੀਂ ਸਕਦੇ। ਅਕਾਲੀ ਦਲ ਜੋ ਮਰਜ਼ੀ ਕਵੇ, ਸਿੱਖਾਂ ਦੇ ਮਨਾਂ ਦੇ ਵਿੱਚ, ਸੰਗਤ ਦੇ ਮਨਾਂ ਦੇ ਵਿੱਚ ਉਹ ਦੋਸ਼ੀ ਬਣੇ ਰਹਿਣਗੇ। ਅਖੀਰ ਤੇ ਜਿਸ ਤਰੀਕੇ ਨਾਲ ਹੁਣ 3-3 ਸਾਲ ਦੀ ਸਜ਼ਾ ਹੋਈ ਹੈ, ਇਹ ਵੀ ਚਰਚਾ ਛਿੜੀ ਹੋਈ ਹੈ, ਕਿਉਂਕਿ ਇੱਕ ਸਮਾਂ ਇਹ ਵੀ ਸੀਗਾ, ਉਦੋਂ ਇਹ ਵੀ ਚਰਚਾਵਾਂ ਚੱਲੀਆਂ ਸੀ ਕਿ ਜਿਸ ਤਰੀਕੇ ਨਾਲ ਸਜ਼ਾ ਦਾ ਜ਼ਿਕਰ ਆ ਰਿਹਾ ਹੈ, ਜਦੋਂ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ ਤਾਂ ਸਜ਼ਾ ਦੇ ਵਿੱਚ ਇਜ਼ਾਫਾ ਕਰਨਾ ਚਾਹੀਦਾ। ਲੱਗਦਾ ਕਿ ਨਾਕਾਫੀ ਹੈ 3 ਸਾਲ, ਜਾਂ ਇਸ ਤੋਂ ਬਾਅਦ, ਹੁਣ ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਵੀ ਜ਼ਿਕਰ ਕਰ ਰਹੇ ਸੀ, ਇਸ ਤੋਂ ਬਾਅਦ ਅੱਗੇ ਵੀ ਅਪੀਲਾਂ ਪੈਣਗੀਆਂ ਕਿ ਸਜ਼ਾ ਵੱਡੀ ਹੋਣੀ ਚਾਹੀਦੀ ਹੈ, ਤਾਂ ਜੋ ਅੱਗੇ ਤੋਂ ਕੋਈ ਹਿੰਮਤ ਹੀ ਨਾ ਕਰੇ ਇਸ ਚੀਜ਼ ਨੂੰ ਆਪਣੇ ਜ਼ਿਹਨ ਦੇ ਵਿੱਚ ਲਿਆਉਣ ਦੀ ਕਿ ਇਦਾਂ ਦੀ ਕੋਸ਼ਿਸ਼ ਵੀ ਕਰਨੀ ਹੈ। ਭੁਗਲ ਜੀ, ਮੈਂ ਦੂਸਰੇ ਪੱਖ ਤੋਂ ਦੇਖਦਾ ਕਿ ਸਜ਼ਾ ਦੇਖੋ, ਰੇਪ ਦੇ ਵਿੱਚ ਬਹੁਤ ਸਖਤ ਸਜ਼ਾ ਹੈ, ਕਦੀ ਰੇਪ ਬੰਦ ਨਹੀਂ ਹੋਏ। ਕ੍ਰਾਈਮ ਦਾ ਸਜ਼ਾ ਨਾਲ ਕੋਈ ਸੰਬੰਧ ਨਹੀਂ ਹੁੰਦਾ। ਇਹ ਤੇ ਬੰਦੇ ਨੇ ਅੰਦਰੋਂ ਐਨਾਲਿਸਿਸ ਕਰਨਾ ਹੈ। ਜਦੋਂ ਤੋਂ ਤੁਹਾਡਾ ਸਮਾਜਿਕ ਢਾਂਚਾ ਵਧੀਆ ਹੋਏਗਾ, ਸਮਾਜ ਦੇ ਵਿੱਚ ਲੋਕ ਬੇਅਦਬੀ ਕਰਨ ਵਾਲੇ ਬੰਦੇ ਨੂੰ ਘਿਰਨਾ ਕਰਨ ਲੱਗ ਜਾਣਗੇ, ਉਹਦੇ ਤੇ ਸਮਾਜ ਦੇ ਵਿੱਚ ਉਹਨੂੰ ਹੋਰ ਨਜ਼ਰਾਂ ਨਾਲ ਦੇਖਣ ਲੱਗ ਜਾਣਗੇ, ਤਾਂ ਰੁਕਣਗੇ।
ਕ੍ਰਾਈਮ ਤਾਂ ਵੈਸੇ ਤਾਂ ਸਜ਼ਾ ਤੁਸੀਂ 3 ਸਾਲ ਦੀ ਬੈਠ ਕੇ ਨਾ, ਇਹ ਵੀ ਕਾਫੀ ਹੈ, ਕਿਉਂਕਿ ਸਿੱਖੀ ਦੇ ਵਿੱਚ ਵੱਡੇ ਤੋਂ ਵੱਡੇ ਕ੍ਰਾਈਮ ਕਰਨ ਲਈ ਜਿਹੜਾ ਆ ਕ੍ਰਾਈਮ ਕਰਦੇ ਲੋਕ ਤੇ ਮਾਫੀ ਦਾ ਜਿਹੜਾ ਆ ਖਿਮਾ ਜਾਚਨਾ ਦਾ ਬਹੁਤ ਵੱਡਾ ਸਟੇਟਸ ਹੈਗਾ ਆ। ਜੇ ਉਹ ਵੀ ਦੋਸ਼ੀ ਵੀ ਸਹੀ ਮਨੋ ਅੰਦਰ ਰਿਲਾਈਜ਼ ਕਰਦਾ ਹੈਗਾ ਕਿ ਮੇਰੇ ਤੋਂ ਗਲਤੀ ਹੋਈ ਹੈ, ਤੇ ਪੰਥ ਕੋਲ ਸਕੋਪ ਹੈ ਮਾਫ ਕਰਨ ਦਾ। ਭਾਈ ਕਨਈਏ ਦੀਆਂ ਹੋਰ ਸਾਡੇ ਕੋਲ ਸਿੱਖ ਇਤਿਹਾਸ ਦੇ ਵਿੱਚ ਬੜੇ ਉਦਾਹਰਨਾਂ ਨੇ, ਤੇ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਹੈਗੇ ਕਿ ਤੁਸੀਂ ਉਹਨਾਂ ਨੂੰ ਫਾਂਸੀ ਦੇ ਦਿਓ। ਫਾਂਸੀ ਦੇਣ ਤੋਂ ਬਾਅਦ ਜਿਨ੍ਹਾਂ ਦੇਸ਼ਾਂ ਦੇ ਵਿੱਚ ਫਾਂਸੀ ਦੀ ਸਜ਼ਾ ਆ, ਜਿਨ੍ਹਾਂ ਦੇਸ਼ਾਂ ਦੇ ਵਿੱਚ ਕ੍ਰਾਈਮ ਦੀ ਸਜ਼ਾ ਹੈ ਕਿ ਹੱਥ ਕੱਟ ਦਿਓ, ਉਹਨਾਂ ਦੇ ਅੱਖਾਂ ਕੱਢ ਦਿਓ, ਉੱਥੇ ਵੀ ਕ੍ਰਾਈਮ ਕਦੀ ਖਤਮ ਨਹੀਂ ਹੁੰਦੇ। ਕ੍ਰਾਈਮ ਕਰਨ ਵਾਸਤੇ ਤੁਹਾਨੂੰ ਸਮਾਜ ਦੇ ਵਿੱਚ ਕੋਈ ਹੋਰ ਤਰ੍ਹਾਂ ਦੇ ਮਿਹਨਤ ਕਰਨੀ ਪੈਂਦੀ ਆ, ਉਹ ਸਾਨੂੰ ਸਾਰਿਆਂ ਨੂੰ ਸਮਾਜਿਕ ਤੌਰ ਤੇ ਕਰਨੀ ਚਾਹੀਦੀ। ਵੈਸੇ ਅਖੀਰ ਤੇ ਆਸ ਹੈਗੀ ਹੈ ਹੁਣ ਜਿੱਦਾਂ ਮੋਗੇ ਵਾਲਾ ਕੇਸ ਹੱਲ ਹੋਇਆ ਹੈਗਾ, ਸਿੱਧੇ ਤੌਰ ਤੇ ਅਸੀਂ ਕਹਿ ਸਕਦੇ ਕਿ ਨਤੀਜਾ ਆਇਆ, ਤੇ ਬਾਕੀ ਮਸਲੇ ਵੀ ਤੁਹਾਨੂੰ ਲੱਗਦਾ ਕਿ ਹੁਣ ਜਲਦੀ ਉਸ ਤਰੀਕੇ ਨਾਲ ਹੱਲ ਹੋ ਸਕਦੇ ਨੇ, ਜਿਸ ਤਰੀਕੇ ਨਾਲ ਸਮਾਜ ਲਗਾਤਾਰ ਪ੍ਰੈਸ਼ਰ ਬਣਾ ਰਿਹਾ? ਕਿਉਂਕਿ ਸਿੱਖ ਡਾਇਸਪੋਰਾ ਦੀ ਗੱਲ ਕਰੀਏ, ਸਾਰਿਆਂ ਦੇ ਵਿੱਚ ਇਹੀ ਚਿੰਤਨ ਇਸ ਵੇਲੇ ਚੱਲ ਰਿਹਾ ਜਾਂ ਚਿੰਤਾ ਚੱਲਦੀ ਹੈ ਕਿ ਘੱਟੋ ਘੱਟ ਬੇਅਦਬੀ ਦੇ ਮਸਲਿਆਂ ਦਾ ਹੱਲ ਤਾਂ ਹੋ ਜਾਵੇ, ਜਿੱਦਾਂ ਮਰਜ਼ੀ ਹੋਵੇ, ਪਰ ਹੋਣਾ ਚਾਹੀਦਾ। ਜਿਹੜੀ ਸਾਡੀ ਨਿਆਂਪਾਲਿਕਾ ਆ, ਇਹਦਾ ਸਿਸਟਮ ਹੈ ਜਿਹੜਾ, ਉਹ ਉਹਦੇ 'ਤੇ ਕੋਈ ਬਹੁਤਾ ਭਰੋਸੇਯੋਗ ਨਹੀਂ ਹੈਗਾ। ਅਸੀਂ ਦੇਖਿਆ 35 ਸਾਲਾਂ 38 ਸਾਲਾਂ ਤੋਂ ਅਸੀਂ 84 ਦੇ ਕੇਸਾਂ ਦਾ ਵਿੱਚ ਭੁਗਤ ਰਹੇ ਹਾਂ, ਹੋਰ ਕੇਸ ਚੱਲ ਰਹੇ ਆ। ਨਿਆਂਪਾਲਿਕਾ ਉਸ ਸਪੀਡ ਦੇ ਉੱਤੇ ਨਿਆਂ ਨਹੀਂ ਦਿੰਦੀ। ਜਦੋਂ ਨਿਆਂ ਕੁਛ ਆਉਂਦਾ ਆ, ਉਦੋਂ ਹਾਲਾਤ ਬਦਲ ਚੁੱਕੇ ਹੁੰਦੇ ਆ। ਉਮੀਦ ਨਿਆਂਪਾਲਿਕਾ ਤੋਂ ਛੱਡ ਨਹੀਂ ਸਕਦੇ, ਕਿਉਂਕਿ ਸਾਡੇ ਕੋਲ ਹੋਰ ਕੋਈ ਸੋਰਸ ਨਹੀਂ ਹੈਗਾ, ਹੋਰ ਕੋਈ ਰਸਤਾ ਵੀ ਹੈ ਨਹੀਂ। ਅਸੀਂ ਅਕਾਲ ਜਿਹੜੇ ਵੀ ਕਾਨੂੰਨ ਹੈ, ਕਾਨੂੰਨ ਦੇ ਵਿੱਚ ਅਸੀਂ ਉਸ ਪਾਸੇ ਸਾਡੀ ਮਜਬੂਰੀ ਆ, ਉੱਤੇ ਅਸੀਂ ਸਾਨੂੰ ਸਹਾਰਾ ਤਾਂ ਲੈਣਾ ਕਾਨੂੰਨ ਦੇ। ਹੋਰ ਕੀ ਕਰ ਸਕਦੇ ਹਾਂ ਅੱਜ ਦੇ ਦੌਰ ਦੇ ਵਿੱਚ? ਅਸੀਂ ਕੋਈ ਹਥਿਆਰਬੰਦ ਸੰਘਰਸ਼ ਦੇ ਖਿਲਾਫ ਕਰ ਨਹੀਂ ਸਕਦੇ। ਤਾਂ ਅਸੀਂ ਤਾਂ ਜਿਹੜਾ ਸਾਡੇ ਵੱਸ ਹੈ ਉਹ ਕਰ ਸਕਦੇ ਹਾਂ, ਉਮੀਦ ਲਾ ਸਕਦੇ ਹਾਂ। ਤੇ ਦੁਨੀਆ ਭਰ ਦੇ ਜਿਹੜੇ ਐਵੇਂ ਦੀਆਂ ਸੰਸਥਾਵਾਂ ਨੇ, ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਸਾਡਾ ਸਾਥ ਦਿੱਤਾ ਜਾਵੇ। ਹੁਣ ਜੇਕਰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਦੋਸ਼ੀ ਕੋਈ ਨਹੀਂ ਹੈ, ਤੇ ਬੇਅਦਬੀ ਆਪਣੇ ਆਪ ਤਾਂ ਹੋਈ ਨਹੀਂ। ਇਸੇ ਤਰ੍ਹਾਂ ਜਿਹੜੇ ਸਾਡੇ ਸਿੱਖ ਕਤਲੇਆਮ ਦਾ 84 ਦਾ ਹੈਗਾ ਆ, ਪੁਲਿਸ ਮੁਕਾਬਲਿਆਂ ਦਾ ਜਿਹੜੇ ਕਿੱਡਾ ਲੰਮੇ ਕੇਸ ਹਾਲੇ ਤੱਕ ਪਰਿਵਾਰ ਹੈ ਜਿਹੜੇ ਉਹ ਅਦਾਲਤਾਂ ਦੇ ਧੱਕੇ ਖਾ ਰਹੇ। ਇਹ ਬਹੁਤ ਲੰਮਾ ਜਿਹੜਾ ਹੈ ਪੰਜਾਬ ਦੇ ਲੋਕਾਂ ਨੇ ਸਫ਼ਰ ਕੀਤਾ ਆ। ਸਾਡਾ ਜਿਹੜਾ ਹੈ ਉਹ ਅਸੀਂ ਕਿ ਹਾਦਮਾ ਵੀ ਬਹੁਤ ਵੱਡਾ ਹੋ ਚੁੱਕਿਆ ਆ। ਹੁਣ ਮਜਬੂਰੀ ਆ ਸਾਡੀ, ਕਿਉਂਕਿ ਅਸੀਂ 35 40 ਸਾਲਾਂ ਤੋਂ ਕੇਸ ਲੜ ਦੇ ਵਿੱਚ ਜਿਹੜੇ ਆ ਉਹ ਸਫ਼ਰ ਕਰ ਰਹੇ ਹਾਂ, ਨਿਆਂ ਵਾਸਤੇ ਮੰਗ ਕਰ ਰਹੇ ਹਾਂ। ਸੋ ਨਿਆਂਪਾਲਿਕਾ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਭਰੋਸੇਯੋਗਤਾ ਬਣਾਈ ਰੱਖੇ। ਵੱਡੀਆਂ ਸੰਸਥਾਵਾਂ ਦੇ ਵਿੱਚ ਲੋਕਾਂ ਦਾ ਭਰੋਸਾ ਜੇ ਬਣਿਆ ਰਹੇਗਾ ਤਾਂ ਹੀ ਸਮਾਜ ਵਿੱਚ ਸ਼ਾਂਤੀ ਦਾ ਮਾਹੌਲ ਰਹੇਗਾ। ਇਹ ਵੱਡੀਆਂ ਸੰਸਥਾਵਾਂ ਦੀ ਜਿਹੜੀਆਂ ਨੇ ਨਿਆਂ ਦੇਣਾ, ਜਿਨ੍ਹਾਂ ਨੇ, ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ, ਤੇ ਅਸੀਂ ਤਾਂ ਆਸ ਹੀ ਕਰ ਸਕਦੇ ਹਾਂ। ਤੇ ਸਾਨੂੰ ਖੁਸ਼ਹਾਲ ਸਿੰਘ ਜਿਨ੍ਹਾਂ ਨੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਹਾਲਾਤ ਇਸ ਵੇਲੇ ਬਣੇ ਨੇ, ਬੇਅਦਬੀ ਦੇ ਮਸਲੇ ਦਾ ਇੱਕ ਮਸਲਾ ਹੱਲ ਹੋਇਆ, ਬਾਕੀ ਹਲੇ ਜਿਉਂਦੇ ਤਿਉਂ ਨੇ। ਨਾਲ ਦੀ ਨਾਲ ਗੋਲੀ ਕਾਂਡ ਜਿਹੜੇ ਹੋਏ ਨੇ, ਉਹਨਾਂ ਦਾ ਜ਼ਿਕਰ ਵੀ ਹਲੇ ਹੋਣਾ ਬਾਕੀ ਹੈ। ਅਕਾਲੀ ਦਲ ਆਪਣੇ ਆਪ ਨੂੰ ਸੁਰਖਰੂ ਮੰਨ ਕੇ ਦੂਜੇ ਪਾਸੇ ਇਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਅਸੀਂ ਸਿੱਟ ਬਣਾਈ ਹੈ, ਇਸ ਕਰਕੇ ਸਿਹਰਾ ਸਾਡੇ ਸਿਰ ਬੰਨਿਆ ਜਾਵੇ ਵੀ ਇੱਕ ਮਸਲਾ ਹੱਲ ਹੋਇਆ। ਕਾਂਗਰਸ ਕਹਿੰਦੀ ਹੈ ਕਿ ਸਾਡੇ ਸਮੇਂ ਚਲਾਨ ਪੇਸ਼ ਹੋਏ, ਸਾਨੂੰ ਸਿਹਰਾ ਦੇ ਦਿਓ ਇਸ ਬੇਅਦਬੀ ਦੇ ਨਤੀਜੇ ਜਿਹੜੇ ਹੱਲ ਹੋਏ ਨੇ ਮੋਗਾ ਵਾਲੇ। ਤਾਂ ਆਮ ਆਦਮੀ ਪਾਰਟੀ ਜਿਨ੍ਹਾਂ ਨੂੰ 3 ਮਹੀਨੇ ਹੋਏ ਹਲੇ ਸੱਤਾ ਦੇ ਵਿੱਚ ਆਏ ਹੋਏ, ਉਹ ਆਪਣੇ ਸਿਰ ਸਿਹਰਾ ਬੰਨਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਨ੍ਹਾਂ ਦੇ ਸਮੇਂ ਦੇ ਦੌਰਾਨ ਕੁਝ ਵੀ ਹੋਇਆ ਹੀ ਨਹੀਂ। ਨਾ ਤਾਂ ਪੇਸ਼ੀਆਂ ਹੋਈਆਂ, ਨਾ ਤਾਂ ਕੋਈ ਨਵੀਂ ਉਹਨਾਂ ਨੇ ਆਪਣੇ ਵੱਲੋਂ ਕਾਰਵਾਈ ਕੀਤੀ, ਨਾ ਉਹਨਾਂ ਦੇ ਏਜੀ ਪੇਸ਼ ਹੋਏ। ਇਸ ਮਾਮਲੇ ਦੇ ਵਿੱਚ ਉਸ ਤਰੀਕੇ ਦੀ ਕੋਈ ਕਾਰਵਾਈ ਹੋਈ ਨਹੀਂ ਕਿ ਮੋਗਾ ਦੇ ਕੇਸ ਦਾ ਕੋਈ ਹੱਲ ਹੋਇਆ ਹੋਵੇ। ਫਿਲਹਾਲ ਬੜੀਆਂ ਚਿੰਤਾਵਾਂ ਨੇ ਕਿ ਇੰਨਾ ਸੈਂਸਿਟਿਵ ਮਸਲਾ ਹੈਗਾ, ਇੰਨਾ ਗੰਭੀਰ ਮਸਲਾ ਹੈਗਾ, ਤੇ ਇੱਥੇ ਵੀ ਲੋਕ ਸਿਆਸੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਖੁਸ਼ਹਾਲ ਜੀ ਨੇ ਬੜੀ ਬੇਬਾਕੀ ਦੇ ਨਾਲ ਤੁਹਾਨੂੰ ਤਮਾਮ ਮਸਲੇ ਦੇ ਵਿੱਚ ਤਫਸੀਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਕਿ ਕੀ ਚੀਜ਼ਾਂ ਹੋਈਆਂ, ਕੀ ਹੋ ਰਹੀਆਂ ਨੇ, ਤੇ ਸਿੱਖ ਕੌਮ ਕਿਹਨਾਂ ਨੂੰ ਮਾਫ ਕਰ ਰਹੀ ਹੈ ਤੇ ਕਿਹਨਾਂ ਨੂੰ ਮਾਫ ਨਹੀਂ ਕਰ ਰਹੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕੀਮਤੀ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਇੱਥੇ ਹੱਥ ਤੁਹਾਡੇ ਤੋਂ ਅੱਗੇ ਲੈਣੀ ਹੈ। ਫਿਲਹਾਲ ਟਿੱਪਣੀਆਂ ਜ਼ਰੂਰ ਕਰਿਓ ਕਿ ਤੁਹਾਡੇ ਜ਼ਿਹਨ ਦੇ ਵਿੱਚ ਇਸ ਬੇਅਦਬੀ ਮਸਲੇ ਨੂੰ ਲੈ ਕੇ ਕੀ ਵਿਚਾਰ ਹੈਗੇ ਨੇ। ਫਿਲਹਾਲ ਇੱਥੇ ਆਗਿਆ ਦਿਓ। ਸਹਿਯੋਗੀ ਜਸਵਿੰਦਰ ਦੇ ਨਾਲ ਹਰਦੀਪ ਸਿੰਘ ਭੋਗਲ, TV ਪੰਜਾਬ, ਚੰਡੀਗੜ੍ਹ।